ਬੂਟੇ ਅੱਜ ਜਿਹੜੇ ਫਾਰਮ ਭਰਦੇ ਆ ਇਹ ਕਿਹਨੇ ਕਿਹਾ? ਕਿਉਂਕਿ ਪਹਿਲਾਂ ਕੈਪਟਨ ਨੇ ਵੋਟਾਂ ਦੇ ਨੇੜੇ ਆ ਕੇ ਇੱਕ ਫਾਰਮ ਜੇ ਭਰਾਏ ਸੀ ਵੀ ਨੌਕਰੀ ਦੇਊਂ, ਮੋਬਾਈਲ ਦੇਊਂ, ਕੰਪਿਊਟਰ ਦੇ ਦੂੰਗਾ ਜੀ, ਕਰਜ਼ੇ ਮਾਫ ਹੋ ਜਾਣਗੇ। ਇਹ ਕਰਜ਼ਾ ਮਾਫੀ ਦੇ ਫਾਰਮ ਜੋ ਕਹਿੰਦਾ ਤੇ ਕਰਦਾ ਇਹ ਉਹਨੇ ਕਿਹਾ। ਮੈਂ ਗੱਲ ਕਰ ਰਿਹਾ ਜੀ ਜੋਗਿੰਦਰ ਸਿੰਘ ਅਗਰਾਹਾਂ ਦੀ। ਜੋ ਅੱਜ ਤੱਕ ਉਹਨਾਂ ਨੇ ਕਿਹਾ ਤੇ ਉਹਨੂੰ ਵਿਆਹ ਕੇ ਦਿਖਾਇਆ ਤੇ ਸਾਡਾ ਪੂਰਨ ਵਿਸ਼ਵਾਸ ਆ ਇਸ ਜਥੇਬੰਦੀ ਦੇ ਉੱਤੇ, ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਤੇ, ਵੀ ਜੇ ਉਹਨਾਂ ਨੇ ਕਿਹਾ ਤੇ ਇਸ ਨੂੰ ਉਹ ਵਿਆਉਣਗੇ ਵੀ। ਕਿ ਤੁਸੀਂ ਕਹਿੰਦੇ ਵੀ ਬੰਦਾ ਦੇਖ ਕੇ, ਚੰਗਾ ਬੰਦਾ ਦੇਖ ਕੇ ਵੋਟ ਪਾ ਦਿਓ, ਤੁਹਾਡੀ ਜਥੇਬੰਦੀ ਨਹੀਂ ਹਿੱਸਾ ਲੈਂਦੀ? 68 ਪਿੰਡਾਂ ਦੇ ਵਿੱਚ ਆਪਾਂ ਇੱਕ ਚੰਗਾ ਬੰਦਾ ਲੱਭ ਕੇ ਮੰਨ ਲਓ MLA ਬਣਾ ਵੀ ਲੈਨੇ ਆ, ਤੇ ਕੀ ਗਰੰਟੀ ਆ ਵੀ ਉਹ ਬੰਦਾ ਇਸ ਕਰਪਟ ਸਿਸਟਮ ਦੇ ਵਿੱਚ ਇਮਾਨਦਾਰ ਹੀ ਰਹਿ ਕੇ ਸਾਡੀ ਜਿਹੜੀ ਸੇਵਾ ਕਰੂਗਾ। ਬਹੁਤ ਕਾਂਗਰਸ ਦੇ, ਅਕਾਲੀ ਦਲ ਦੇ ਡਰਦੇ ਜਾਂਦੇ ਆ, ਸ਼ਾਮਲ ਹੋ ਰਹੇ ਆ। ਕਹਿੰਦੇ ਮੋਟੇ, ਉਹ ਕਹਿੰਦੇ ਬੂਰੀਆਂ ਨੋਟਾਂ ਦੀਆਂ ਲੈ ਜਾਓ ਚੱਕ ਕੇ, ਚੋਣ ਲੜੋ। ਤੁਹਾਨੂੰ ਲੱਗਦਾ ਵੀ ਉਹਨਾਂ ਦਾ ਪੈਸਾ ਕੋਈ ਕੰਮ ਆਊ? ਲੋਕ ਜਿਹੜੇ ਉੱਥੇ ਇੰਨੇ ਕਿਸਾਨ ਆ, 700 ਤੋਂ ਵੱਧ ਸ਼ਹੀਦ ਹੋ ਗਏ, ਉਹਨਾਂ ਨੂੰ ਭੁੱਲ ਕੇ ਇਹਨਾਂ ਦਾ ਕਮਲ ਦਾ ਫੁੱਲ ਫੜ ਲੈਣਗੇ ਕਿ ਮੂੰਹ ਤੋੜਵਾਂ ਜਵਾਬ? ਇਹਨੂੰ ਪੰਜਾਬ ਦੇ ਲੋਕੋ ਇਸ ਤਰ੍ਹਾਂ ਨਾਲ ਦੇਖੋ ਬਈ ਨਰਿੰਦਰ ਮੋਦੀ ਨੇ ਖਰੀਦਣਾ ਸ਼ੁਰੂ ਕਰਤਾ। ਪੰਜਾਬ ਦੇ ਵਿੱਚ ਘਟੀਆ ਸੋਚ ਨੇ, ਗੰਦੇ ਖੂਨ ਨੇ ਵਿਕਣਾ ਸ਼ੁਰੂ ਕਰਤਾ। ਉਹਨਾਂ ਨੇ ਆਪਦੇ ਖਾਨਦਾਨ ਦਾ ਮੁੱਲ ਪਾਉਣਾ ਸ਼ੁਰੂ ਕਰਤਾ ਵੀ ਸਾਡੀ ਆਹ ਕੀਮਤ ਆ। ਸੋ ਜਿਹੜੇ ਚੜ੍ਹਦੀ ਕਲਾ ਵਾਲੇ ਲੋਕ ਹੁੰਦੇ ਆ ਜੀ, ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ, ਉਹ ਵਿਕਦੇ ਨਹੀਂ। ਭਗਤ ਸਿੰਘ ਨਹੀਂ ਵਿਕ ਗਿਆ, ਕਰਤਾਰ ਸਿੰਘ ਸਰਾਭਾ ਨਹੀਂ ਵਿਕ ਗਿਆ, ਊਧਮ ਸਿੰਘ ਨਹੀਂ ਵਿਕ ਗਿਆ। ਤੁਸੀਂ ਜੁੜ ਚੁੱਕੇ ਹੋ ਗਲੋਬਲ ਪੰਜਾਬ ਅਤੇ ਚੈਨਲ ਪੰਜਾਬੀ ਦੇ ਨਾਲ। ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਜਦੋਂ ਕਿਸਾਨੀ ਅੰਦੋਲਨ ਜਿੱਤਿਆ ਗਿਆ, ਉਦੋਂ ਬਾਅਦ ਜਿਹੜੇ ਲੋਕਾਂ ਦੇ ਹੌਸਲੇ ਬੜੇ ਬੁਲੰਦ ਹੋਏ ਨੇ ਕਿ ਹੱਕ ਮੰਗਣ ਲੱਗੇ ਨੇ ਲੋਕ, ਕਿ ਜਿਹੜੇ ਝੂਠੇ ਵਾਅਦੇ ਕਰ ਜਾਂਦੇ ਸੀ, ਦਾਅਵੇ ਕਰ ਜਾਂਦੇ ਸੀ, ਉਹਨਾਂ ਨੂੰ ਹੁਣ ਸਵਾਲ ਪੁੱਛਣ ਲੱਗੇ ਨੇ। ਨੀਂਹ ਪੱਥਰ ਵੀ ਇਹਨਾਂ ਟਾਈਮਾਂ ਦੇ ਵਿੱਚ ਆ ਕੇ ਲਾ ਜਾਂਦੇ ਨੇ ਕਿ ਜਦੋਂ ਵੋਟਾਂ ਦੇ ਵਿੱਚ 1 ਮਹੀਨਾ ਰਹਿ ਜੇ, ਨੀਂਹ ਪੱਥਰ ਲਾ ਦਿੱਤਾ ਜਾਂਦਾ ਕਿ ਸੜਕ ਬਣੂਗੀ, ਇੱਥੇ ਆਹ ਹੋਊਗਾ। ਹੁੰਦਾ ਕੁਝ ਨਹੀਂ ਬਾਅਦ ਦੇ ਵਿੱਚ, ਭਾਵੇਂ ਸਰਕਾਰ ਬਣ ਜੇ, ਕੰਮ ਨਹੀਂ ਹੁੰਦੇ। ਕੈਪਟਨ ਸਾਹਿਬ ਨੇ ਕਹੀ ਕਰਜ਼ਾ ਮਾਫੀ, ਕਿ ਜਿੰਨਾ ਵੀ ਤੁਹਾਡਾ ਕਰਜ਼ਾ ਚ ਆੜਤੀਆਂ ਦਾ ਹੋਵੇ, ਉਹ ਵੀਡੀਓ ਅੱਜ ਵੀ ਪਈਆਂ ਨੇ, ਕਲਿੱਪ ਲੋਕਾਂ ਦੇ ਕੋਲ ਹੈ, ਕਿ ਆੜਤੀਆਂ ਦਾ ਹੋਵੇ, ਚਾਹੇ ਬੈਂਕ ਦਾ ਹੋਵੇ, ਕੋਆਪਰੇਟ ਦਾ ਹੋਵੇ, ਸਾਰੇ ਮਾਫ ਕੀਤੇ ਜਾਣਗੇ, ਉਹ ਪੰਜਾਬ ਸਰਕਾਰ ਦੇਊ। ਪਰ ਜੇ ਜ਼ਮੀਨੀ ਪੱਧਰ ਤੇ ਦੇਖੀਏ, ਲੋੜਵੰਦਾਂ ਦੇ ਅਜੇ ਕਰਜ਼ੇ ਨਹੀਂ ਮਾਫ ਹੋਏ। ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਲੋਪੋ 'ਚ ਖੜੇ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਨੇ ਤੇ ਸਰਗਰਮ ਆਗੂ ਨੇ। ਦਿੱਲੀ ਲੰਮਾ ਸਮਾਂ ਕੰਮ ਕੀਤਾ, ਪਹਿਲਾਂ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਕਿਉਂਕਿ ਹਾਂਗਕਾਂਗ ਦੇ ਵਿੱਚੋਂ ਲੱਖਾਂ ਰੁਪਈਆ ਕਮਾਉਣ ਵਾਲਾ ਬੰਦਾ ਆ ਕੇ ਕਿਸਾਨੀ ਅੰਦੋਲਨ 'ਚ ਡਟਿਆ, ਬੂਟਾ ਸਿੰਘ ਲੋਪੋ, ਜਿਹੜੇ ਸਾਬਕਾ ਹਾਕੀ ਖਿਡਾਰੀ ਵੀ ਹੈ। ਸੋ ਅੱਜ ਉਹ ਫਾਰਮ ਭਰ ਰਹੇ ਨੇ। ਇੱਥੇ ਤੁਸੀਂ ਦੇਖ ਰਹੇ ਹੋ ਟੇਬਲ ਦੇ ਉੱਤੇ ਫਾਰਮ ਭਰੇ ਜਾ ਰਹੇ ਨੇ। ਜਥੇਬੰਦੀ ਦੇ ਆਗੂ ਸਵੇਰ ਤੋਂ ਲੈ ਕੇ ਫਾਰਮ ਭਰ ਰਹੇ ਨੇ। ਕਾਹਦੇ ਫਾਰਮ ਭਰਦੇ ਨੇ, ਕੀ ਗੱਲ ਆ, ਆਪਾਂ ਗੱਲਬਾਤ ਕਰਦੇ ਹਾਂ। ਬੂਟੇ, ਪਹਿਲਾਂ ਸਵਾਗਤ ਹੈ। ਹਾਂਜੀ, ਤੁਹਾਡਾ ਤੇ ਤੁਹਾਡੇ ਗਲੋਬਲ ਪੰਜਾਬ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਹੜੇ ਤੁਸੀਂ ਹਮੇਸ਼ਾ ਹੀ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੁੰਦੀ, ਦਿਲ ਦੀ ਭਾਵਨਾ ਹੁੰਦੀ ਹੈ, ਲੋਕਾਂ ਤੱਕ ਪਹੁੰਚਾਉਂਦੇ ਹੋ। ਜੀ ਆਇਆਂ ਨੂੰ ਜੀ। ਬੂਟੇ, ਅੱਜ ਜਿਹੜੇ ਫਾਰਮ ਭਰਦੇ ਆ ਇਹ ਕਿਹਨੇ ਕਿਹਾ? ਕਿਉਂਕਿ ਪਹਿਲਾਂ ਕੈਪਟਨ ਨੇ ਵੋਟਾਂ ਦੇ ਨੇੜੇ ਆ ਕੇ ਇੱਕ ਫਾਰਮ ਜੇ ਭਰਾਏ ਸੀ ਵੀ ਨੌਕਰੀ ਦੇਊਂ, ਮੋਬਾਈਲ ਦੇਊਂ, ਕੰਪਿਊਟਰ ਦੇ ਦੂੰਗਾ ਜੀ, ਕਰਜ਼ੇ ਮਾਫ ਹੋ ਜਾਣਗੇ। ਇੱਥੇ ਕਾਂਗਰਸੀ ਵਿਚਾਰੇ ਝੋਲੇ ਜੇ ਪਾ ਕੇ ਗਲਾਂ ਦੇ ਵਿੱਚ, ਮੰਡੀਆਂ ਦੇ ਵਿੱਚ ਵੀ ਹੋਰ ਫਾਰਮ ਭਰਦੇ ਰਹੇ, ਮੁੜ ਕੇ ਪੁੱਛਿਆ ਕਿਸੇ ਨੇ ਨਹੀਂ। ਇਹ ਤੁਹਾਡੀ ਜਥੇਬੰਦੀ ਆ, ਸਖਤ ਸਟੈਂਡ ਲੈਂਦੀ ਆ, ਇਹ ਕਾਹਦੇ ਲਈ ਫਾਰਮ ਭਰਦੀ? ਇਹ ਤੁਹਾਡਾ ਪਹਿਲਾ ਸਵਾਲ ਇਹੀ ਹੈ ਜੀ ਵੀ ਇਹ ਕਿਹਨੇ ਕਿਹਾ? ਇਹ ਕਰਜ਼ਾ ਮਾਫੀ ਦੇ ਫਾਰਮ ਜੋ ਕਹਿੰਦਾ ਤੇ ਕਰਦਾ ਇਹ ਉਹਨੇ ਕਿਹਾ। ਮੈਂ ਗੱਲ ਕਰ ਰਿਹਾ ਜੀ ਜੋਗਿੰਦਰ ਸਿੰਘ ਅਗਰਾਹਾਂ ਦੀ। ਜੋ ਅੱਜ ਤੱਕ ਉਹਨਾਂ ਨੇ ਕਿਹਾ ਤੇ ਉਹਨੂੰ ਵਿਆਹ ਕੇ ਦਿਖਾਇਆ ਤੇ ਸਾਡਾ ਪੂਰਨ ਵਿਸ਼ਵਾਸ ਆ ਇਸ ਜਥੇਬੰਦੀ ਦੇ ਉੱਤੇ, ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਤੇ, ਵੀ ਜੇ ਉਹਨਾਂ ਨੇ ਕਿਹਾ ਤੇ ਇਸ ਨੂੰ ਉਹ ਵਿਆਉਣਗੇ ਵੀ। ਸੋ ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ DC ਦਫ਼ਤਰ ਦਾ ਘਰਾਓ, ਮੋਗੇ, ਮੁਕਤਸਰ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਜਥੇਬੰਦੀ ਵੱਲੋਂ ਕੀਤਾ ਹੋਇਆ। ਪਹਿਲਾਂ ਸਰਕਾਰ ਨੂੰ ਥੋੜ੍ਹਾ ਟਾਈਮ ਦਿੱਤਾ, DC ਦਫ਼ਤਰ ਦਾ ਇੱਕ ਗੇਟ ਘੇਰਿਆ ਸੀ, ਪਰ ਪਿਛਲੇ 1-2 ਦਿਨ ਤੋਂ ਦੋਨੇ ਗੇਟ ਬੰਦ ਕਰ ਦਿੱਤੇ ਗਏ ਆ ਜੀ। ਸਰਕਾਰ ਦੀ ਧੌਣ 'ਤੇ ਗੋਡਾ ਰੱਖਿਆ ਵਾ, ਕਿਉਂਕਿ ਇਹ ਸਰਕਾਰਾਂ ਕੀ ਕਰਦੀਆਂ, ਜਦੋਂ ਨਵਾਂ ਇੱਕ ਇਲੈਕਸ਼ਨ ਆਉਂਦਾ ਤੇ ਮੈਨੀਫੈਸਟੋ ਬਣਾਉਂਦੇ ਆ, ਉਹਦੇ ਵਿੱਚ ਲੋਕਾਂ ਦੇ ਨਾਲ ਬੜੇ ਵੱਡੇ ਝੂਠੇ ਵਾਅਦੇ ਕਰਦੇ ਆ। ਵਾਅਦੇ ਇਸ ਤਰ੍ਹਾਂ ਦੇ ਕਰਦੇ ਆ, ਜਿਹੜੇ ਤੁਹਾਨੂੰ ਅਸੀਂ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡੇ ਬਿਜਲੀ ਦੇ ਬਿੱਲ ਮਾਫ ਕਰ ਦਿਆਂਗੇ, ਤੁਹਾਡੇ ਬੱਸਾਂ ਦੇ ਕਿਰਾਏ ਮਾਫ ਕਰ ਦਿਆਂਗੇ, ਕਹਿ ਤਾਂ ਦਿੰਦੇ ਆ ਪਰ ਉਹਨੂੰ ਵਿਆਹੁੰਦੇ ਨਹੀਂ। ਸੋ
ਕਹਿੰਦੇ ਹੁੰਦੇ ਆ ਨਾ ਵੀ ਫਿਰ ਪੰਜਾਬ ਦੇ ਵਿੱਚ ਕੋਈ ਨਾ ਕੋਈ ਪਹਿਲਾਂ ਤੋਂ ਹੀ ਇਸ ਤਰ੍ਹਾਂ ਦਾ ਕੋਈ ਚੜ੍ਹਦੀ ਕਲਾ ਵਾਲਾ ਇਨਸਾਨ ਹੁੰਦਾ, ਤੇ ਅਸੀਂ ਜੋਗਿੰਦਰ ਸਿੰਘ ਅਗਰਾਹਾਂ ਦੀ ਅਗਵਾਈ ਦੇ ਵਿੱਚ ਜੀ ਇਹ ਕਹੀ ਹੋਈ ਗੱਲ ਨੂੰ ਹੁਣ ਅਸੀਂ ਵਿਆਹੁਣ ਦੇ ਵਿੱਚ ਲੱਗੇ ਹੋਏ ਹਾਂ। ਸਾਰੇ ਸਾਡੇ ਜਿੰਨੇ ਵੀ ਜਥੇਬੰਦੀ ਦੇ ਆਗੂ ਨੇ, ਹਰ ਪਿੰਡਾਂ ਦੇ ਵਿੱਚ ਇਹ ਮੁਹਿੰਮ ਚੱਲੀ ਹੋਈ ਆ, ਫਾਰਮ ਭਰੇ ਜਾ ਰਹੇ ਨੇ। ਸੋ ਸਰਕਾਰ ਨੂੰ ਸਾਡੀ ਇਹ ਗੱਲ ਮੰਨਣੀ ਪਊ, ਨਹੀਂ ਤਾਂ ਅਸੀਂ ਮਜਬੂਰ ਕਰਾਂਗੇ ਜੀ। ਜੇ ਦੇਖਿਆ ਜਾਵੇ ਬੂਟੇ, ਵੋਟਾਂ ਤੋਂ ਪਹਿਲਾਂ ਕੈਪਟਨ ਨੇ ਇੱਕ ਫਾਰਮ ਜੇ ਭਰਾਏ ਸੀ ਵੀ ਘਰ ਘਰ ਨੌਕਰੀ ਦੇਊਂਗਾ, ਕਰਜ਼ੇ ਮਾਫ ਕਰ ਦੂੰਗਾ। ਤੁਸੀਂ ਜ਼ਮੀਨੀ ਪੱਧਰ ਤੇ ਜਾਂਦੇ, ਤੁਹਾਨੂੰ ਲੱਗਦਾ ਹੈ ਅੱਜ ਤੁਹਾਡੇ ਕੋਲੇ ਲੋਕ ਆਏ ਨੇ ਫਾਰਮ ਭਰਾਉਣ ਵੀ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੇ ਕਰਜ਼ਾ ਕਿਹਦਾ ਮਾਫ ਹੋਇਆ ਕਿ ਨਹੀਂ ਹੋਇਆ? ਇਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜੀ ਦੇਖੋ, ਇਸ ਸਾਡਾ ਜਿਹੜਾ ਇਹ ਪੰਜਾਬ ਆ ਨਾ, ਇੱਥੋਂ ਦੇ ਜਿਹੜੇ ਹਾਲਾਤ ਨੇ, ਇੱਥੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ, ਗਰੀਬ ਨੂੰ ਇੱਥੇ ਕੋਈ ਨਹੀਂ ਪੁੱਛਦਾ। ਇੱਥੇ ਧਨਾੜ ਲੋਕਾਂ ਦੇ ਜਿੱਥੇ ਜੇ ਕੋਈ ਕੰਮ ਹੁੰਦੇ ਨੇ, ਕੋਈ ਵੱਡੇ ਕੋਈ ਕਾਰਪੋਰੇਟ ਨੇ, ਕੋਈ ਫੈਕਟਰੀਆਂ ਨੇ, ਕੋਈ ਸ਼ਰਾਬ ਦੇ ਠੇਕੇ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਆ, ਕੋਈ ਰੇਤੇ ਦੀ ਮਾਈਨਿੰਗ ਦਾ ਕੁਛ ਵੀ ਕਹਿ ਲਓ ਹੈ ਨਾ, ਇਹ ਧਨਾੜ ਲੋਕਾਂ ਕੋਲੇ ਸਾਰੀ ਉਹਨਾਂ ਦੀ ਕਮਾਂਡ ਆ। ਸੋ ਇਹ ਕਿਸਾਨ ਜਥੇਬੰਦੀਆਂ ਉਹਨਾਂ ਦੇ ਗਲ ਦੇ ਵਿੱਚ ਹੱਥ ਪਾ ਕੇ ਉਹਨਾਂ ਨੂੰ ਮਜਬੂਰ ਕਰਦੀਆਂ ਵੀ ਇਹ ਆਮ ਲੋਕਾਂ ਦੇ ਹੱਕ ਨੇ ਤੇ ਆਮ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ। ਹੁਣ ਤੱਕ ਜੇ ਤੁਸੀਂ ਗੱਲ ਕਰਦੇ ਹੋ ਤਾਂ ਜਿਹੜੇ ਕਰਜ਼ੇ ਮਾਫ ਹੋਏ ਆ, ਇਹ ਪਿੰਡਾਂ ਦੇ ਵਿੱਚ 2-4 ਲੋਕਾਂ ਦੇ, ਉਹ ਵੀ ਉਹਨਾਂ ਦੇ ਜਿਹੜੇ ਸਰਕਾਰਾਂ ਦੇ, ਤੁਹਾਨੂੰ ਪਤਾ ਐਮਐਲਏਆਂ ਦੇ ਜਾਂ ਚੇਅਰਮੈਨਾਂ ਦੇ ਆਲੇ ਦੁਆਲੇ ਉਹਨਾਂ ਦੀਆਂ ਗੱਡੀਆਂ ਤੇ ਲੀਰ ਮਾਰਨ ਵਾਲੇ ਲੋਕ, ਉਹਨਾਂ ਦਾ ਕੋਈ ਮੇਰੇ ਹਿਸਾਬ ਨਾਲ 2-4 ਭਰਾ ਮੇਰੇ ਜਿਹੜੇ ਆਮ ਬੰਦਿਆਂ ਦੀ ਇਹਨਾਂ ਨੇ ਕੋਈ ਮਾਫੀ ਦਿੱਤੀ ਹੋਵੇ, ਪਰ ਨਹੀਂ ਕਿ ਬਹੁਤ ਘੱਟ ਆ, ਜ਼ੀਰੋ, ਭੁੱਲ ਭੁਲੇਖੇ ਵਾਲੀ ਗੱਲ ਆ ਜੀ। ਜੇ ਦੇਖਿਆ ਜਾਵੇ ਬੂਟੇ, ਹੁਣ ਵੀ ਵੋਟਾਂ ਆਂਗਾ, ਚੋਣ ਮੈਨੀਫੈਸਟੋ ਵੀ ਜਾਰੀ ਹੋ ਰਹੇ ਆ, ਤੇ ਐਰਕੀ ਉੱਥੋਂ ਪਾਰਟੀ, ਪਹਿਲਾਂ ਲੋਕੀ ਕਹਿੰਦੇ ਵੀ ਚੋਣ ਲੜਨੀ ਚਾਹੀਦੀ ਆ, ਕੁਝ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ ਚੋਣ ਲੜਾਂਗੇ। ਤੁਸੀਂ ਉਹ ਕਿਸਾਨ ਆਗੂਆਂ ਦਾ ਸਾਥ ਦਿਓਗੇ? ਤੁਹਾਡੇ ਜਥੇਬੰਦੀ ਦਾ ਕੀ ਸਟੈਂਡ ਆ? ਕਿਉਂਕਿ ਇੱਥੇ ਵੀ ਵੱਡੀ ਜਥੇਬੰਦੀ ਆ ਉਗਰਾਹਾਂ ਦੀ, ਕਿ ਤੁਸੀਂ ਕਹਿੰਦੇ ਵੀ ਬੰਦਾ ਦੇਖ ਕੇ, ਚੰਗਾ ਬੰਦਾ ਦੇਖ ਕੇ ਵੋਟ ਪਾ ਦਿਓ, ਤੁਹਾਡੀ ਜਥੇਬੰਦੀ ਨਹੀਂ ਹਿੱਸਾ ਲੈਂਦੀ? ਦੇਖੋ ਜੀ, ਨਿਹਾਲ ਸਿੰਘ ਹਲਕਾ ਦੇ ਵਿੱਚ 68 ਪਿੰਡ ਆਉਂਦੇ ਆ। 68 ਪਿੰਡਾਂ ਦੇ ਵਿੱਚ ਆਪਾਂ ਇੱਕ ਚੰਗਾ ਬੰਦਾ ਲੱਭ ਕੇ ਮੰਨ ਲਓ ਐਮਐਲਏ ਬਣਾ ਵੀ ਲੈਂਦੇ ਆ, ਤੇ ਕੀ ਗਰੰਟੀ ਆ ਵੀ ਉਹ ਬੰਦਾ ਇਸ ਕਰਪਟ ਸਿਸਟਮ ਦੇ ਵਿੱਚ ਇਮਾਨਦਾਰ ਹੀ ਰਹਿ ਕੇ ਸਾਡੀ ਜਿਹੜੀ ਸੇਵਾ ਕਰੂਗਾ? ਕਿਉਂਕਿ 68 ਪਿੰਡਾਂ ਦੇ ਵਿੱਚ 68 ਹੀ ਸਰਪੰਚ ਬਣਨੇ ਆ, ਤੇ ਉਹ 68 ਸਰਪੰਚਾਂ ਨੇ ਉਸ ਐਮਐਲਏ ਦੀ ਇਮਾਨਦਾਰੀ ਨੂੰ ਪਾਣੀ ਪਾਉਣਾ ਹੀ ਨਹੀਂ। ਇਹ ਜਿਹੜਾ ਸਿਸਟਮ ਆ ਨਾ ਜੀ, ਇਹ ਸਿਸਟਮ ਸੁਧਾਰਨ ਦੀ ਲੋੜ ਆ। ਸਰਕਾਰਾਂ ਆਟੋਮੈਟਿਕ ਸੁਧਰ ਜਾਂਦੀਆਂ ਨੇ, ਲੋਕ ਸੁਧਰ ਜਾਣ, ਇੱਥੋਂ ਦਾ ਜਿਹੜਾ ਸਿਸਟਮ ਆ ਉਹ ਸੁਧਰ ਜੇ। ਉਸ ਸਿਸਟਮ ਨੂੰ ਸੁਧਾਰਨ ਦੇ ਲਈ ਅੱਜ ਇੱਕ ਵਿਰੋਧੀ ਧਿਰ ਬਣ ਕੇ, ਜਿਵੇਂ ਕਹਿ ਲਓ ਇੱਕ ਕਿਸਾਨ ਜਥੇਬੰਦੀਆਂ ਲੜ ਰਹੀਆਂ ਸੀ ਤੇ ਲੜ ਰਹੀਆਂ ਹਨ, ਆਪਦੇ ਸਟੈਂਡ ਤੇ ਖੜੀਆਂ, ਤੇ ਅਸੀਂ ਜੋਗਿੰਦਰ ਸਿੰਘ ਅਗਰਾਹਾਂ ਦੀ ਸੋਚ ਦੇ ਉੱਤੇ ਮੋਹਰ ਲਾਉਂਦੇ ਹਾਂ ਜੀ। ਅਸੀਂ ਉਹਨਾਂ ਦੇ ਨਾਲ ਠੋਕ ਕੇ ਖੜੇ ਹਾਂ, ਅਸੀਂ ਵੋਟਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜੇ ਦੇਖਿਆ ਜਾਵੇ, ਭਾਜਪਾ ਨੇ ਹੁਣ ਖਰੀਦਣੇ ਸ਼ੁਰੂ ਕਰਤੇ, ਕਈਆਂ ਤਾਂ ਧਮਕੀ ਦੇਤੀ ਵੀ ਕੇਸ ਪਾ ਦਿਆਂਗੇ, ਜਿਵੇਂ ਖਹਿਰਾ ਤੋਂ ਨਿਆਂ ਤੋਂ ਨਾ ਦਿਆਂਗੇ। ਬਹੁਤ ਕਾਂਗਰਸ ਦੇ, ਅਕਾਲੀ ਦਲ ਦੇ ਡਰਦੇ ਜਾਂਦੇ ਆ, ਸ਼ਾਮਲ ਹੋ ਰਹੇ ਆ, ਕਹਿੰਦੇ ਮੋਟੇ, ਉਹ ਕਹਿੰਦੇ ਬੂਰੀਆਂ ਨੋਟਾਂ ਦੀਆਂ ਲੈ ਜਾਓ ਚੱਕ ਕੇ, ਚੋਣ ਲੜੋ। ਤੁਹਾਨੂੰ ਲੱਗਦਾ ਵੀ ਉਹਨਾਂ ਦਾ ਪੈਸਾ ਕੋਈ ਕੰਮ ਆਊ? ਲੋਕ ਜਿਹੜੇ ਉੱਥੇ ਇੰਨੇ ਕਿਸਾਨ ਆ, 700 ਤੋਂ ਵੱਧ ਸ਼ਹੀਦ ਹੋ ਗਏ, ਉਹਨਾਂ ਨੂੰ ਭੁੱਲ ਕੇ ਇਹਨਾਂ ਦਾ ਕਮਲ ਦਾ ਫੁੱਲ ਫੜ ਲੈਣਗੇ ਕਿ ਮੂੰਹ ਤੋੜਵਾਂ ਜਵਾਬ ਦੇਣਗੇ? ਇਹਨੂੰ ਪੰਜਾਬ ਦੇ ਲੋਕੋ ਇਸ ਤਰ੍ਹਾਂ ਨਾਲ ਦੇਖੋ ਬਈ ਨਰਿੰਦਰ ਮੋਦੀ ਨੇ ਖਰੀਦਣਾ ਸ਼ੁਰੂ ਕਰਤਾ। ਪੰਜਾਬ ਦੇ ਵਿੱਚ ਘਟੀਆ ਸੋਚ ਨੇ, ਗੰਦੇ ਖੂਨ ਨੇ ਵਿਕਣਾ ਸ਼ੁਰੂ ਕਰਤਾ। ਉਹਨਾਂ ਨੇ ਆਪਦੇ ਖਾਨਦਾਨ ਦਾ ਮੁੱਲ ਪਾਉਣਾ ਸ਼ੁਰੂ ਕਰਤਾ ਵੀ ਸਾਡੀ ਆਹ ਕੀਮਤ ਆ। ਸੋ ਜਿਹੜੇ ਚੜ੍ਹਦੀ ਕਲਾ ਵਾਲੇ ਲੋਕ ਹੁੰਦੇ ਆ ਜੀ, ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ, ਉਹ ਵਿਕਦੇ ਨਹੀਂ। ਭਗਤ ਸਿੰਘ ਨਹੀਂ ਵਿਕ ਗਿਆ, ਕਰਤਾਰ ਸਿੰਘ ਸਰਾਭਾ ਨਹੀਂ ਵਿਕ ਗਿਆ, ਊਧਮ ਸਿੰਘ ਨਹੀਂ ਵਿਕ ਗਿਆ, ਹੈ ਨਾ। ਅੱਜ ਵੀ ਮੈਂ ਨਾਂ ਨਹੀਂ ਲੈਂਦਾ, ਕਿੰਨੇ ਸਾਡੇ ਚੜ੍ਹਦੀ ਕਲਾ ਵਾਲੇ ਭਰਾ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹ ਨਹੀਂ ਵਿਕ ਗਏ। ਇਹ ਵਿਕਣ ਵਾਲੇ, ਤੇ ਅਸੀਂ ਲੋਕ ਇਹਨਾਂ ਵਿਕਣ ਵਾਲਿਆਂ ਨੂੰ ਹੀ ਹਮੇਸ਼ਾ ਇਹਨਾਂ ਦੀ ਜੁੱਤੀ ਪਾਲਿਸ਼ ਕਰਦੇ ਹਾਂ। ਸਾਨੂੰ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਪਊਗਾ। ਸੋ ਮੋਦੀ ਨਹੀਂ ਖਰੀਦ ਰਿਹਾ ਜੀ, ਇੱਥੋਂ ਦੀ ਗੰਦੀ ਨਸਲ ਵਿਕ ਰਹੀ ਆ। ਹਾਂਜੀ, ਜੇ ਆਖਰ ਤੇ ਬੂਟੇ, ਜਿਹੜੇ ਲੋਕ ਆਪਾਂ ਨੂੰ ਲਾਈਵ ਦੇਖ ਰਹੇ ਨੇ, ਐਨਆਰਆਈ ਵੀਰ ਵੀ ਦੇਖ ਰਹੇ, ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਫੰਡ ਆਇਆ, ਤੇ ਕੇਜਰੀਵਾਲ ਕਹਿੰਦਾ ਹੁੰਦਾ ਜੀ ਤੁਸੀਂ ਮੀਡੀਆ ਵਾਲੇ ਵੀ ਹਿੰਮਤ ਕਰੋ, ਸਵਾਲ ਪੁੱਛੋ। ਐਰਕੀ ਆਪ ਸਵਾਲਾਂ ਤੋਂ ਭੱਜ ਦਿੰਦਾ, ਦਿੱਲੀਓਂ ਮੀਡੀਆ ਨਾਲ ਲਿਆਉਂਦਾ, ਪੇੜ ਚਲਾਉਂਦਾ, ਸਭ ਕੁਝ, ਸਵਾਲਾਂ ਦਾ ਜਵਾਬ ਨਹੀਂ ਦਿੰਦਾ, ਗੱਡੀ 'ਚ ਲੁੱਕ ਕੇ ਬਾਹਰ ਨਿਕਲਦਾ। ਕੀ ਤੁਸੀਂ ਕਿਵੇਂ ਦੇਖਦੇ ਹੋ, ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਵੱਡੇ ਆ ਕੇ ਉਦੋਂ ਸਫਾਈਆਂ ਪੇਸ਼ ਕਰਦੇ ਸੀ, ਅੱਜ ਕਿਉਂ ਲੁਕ ਰਹੇ? ਦੇਖੋ ਜੀ, ਅਰਵਿੰਦ ਕੇਜਰੀਵਾਲ ਪਿਛਲੇ 5 ਸਾਲ ਦੇ ਵਿੱਚ ਆਪਾਂ 4 MP ਦਿੱਤੇ,
ਉਹਦੇ ਵਿੱਚੋਂ ਪੰਜਾਬ ਦੇ ਲੋਕਾਂ ਨੇ ਕੀ ਕੱਢ ਲਿਆ, ਸਾਡਾ ਕੀ ਨਫਾ ਕੀ ਨੁਕਸਾਨ ਤੱਕੜੀ 'ਚ ਪਾ ਕੇ ਤੋਲ ਕੇ ਦੇਖੋ। ਉਦੋਂ ਬਾਅਦ ਅਸੀਂ 22 MLA ਦਿੱਤੇ, ਉਹਦੇ ਵਿੱਚੋਂ ਅਸੀਂ ਕੀ ਕੱਢ ਲਿਆ, ਜਿਹਦੇ ਵਿੱਚ ਮਾਲਵੇ ਦੇ ਵਿੱਚ ਫਰੀਦਕੋਟ ਦੇ ਵਿੱਚ ਸਾਡਾ ਪ੍ਰੋਫੈਸਰ ਸਾਧੂ ਸਿੰਘ ਸੀ, ਤੁਹਾਡਾ ਵੀ MP ਸੀ, ਮੇਰਾ ਵੀ MP ਸੀ, ਠੀਕ ਹੈ ਜੀ। ਉਹਨਾਂ ਨੇ ਗਰਾਊਂਡ ਲੈਵਲ ਤੇ ਲੋਕਾਂ ਦੇ ਲਈ ਕਿੰਨੀ ਕੁ ਲੜਾਈ ਲੜੀ ਆ, ਠੀਕ ਹੈ ਨਾ, ਸਾਰੀ ਜਾਣਦੇ ਆ ਆਪਾਂ, ਹੈ ਨਾ। ਤੇ ਜੇ ਹਮੇਸ਼ਾ ਮੈਂ ਇੱਕ ਗੱਲ ਨਹੀਂ ਤਾਂ ਹਮੇਸ਼ਾ ਜਵਾਬ ਦਿੰਦਾ, ਜੇ ਇਹ ਗੱਲ ਕਰਦੇ ਆ ਵੀ ਸਾਡੀ ਸਰਕਾਰ ਨਹੀਂ ਸੀ ਤਾਂ ਮੈਂ ਇਹਨਾਂ ਨੂੰ ਪੁੱਛਦਾ ਭਗਤ ਸਿੰਘ ਉਹਨਾਂ ਦੀ ਕਿਹੜੀ ਸਰਕਾਰ ਸੀ, ਜਿਹਨੇ ਕੰਮ ਕਰਾਉਣੇ ਆ, ਆਪਦੀ ਗੱਲ ਮਨਾਉਣੀ ਆ, ਉਹ ਆਪਦੇ ਸਿਰ 'ਚ ਲੋਕਾਂ ਦੀ ਅੱਗ ਬਾਲਦਾ। ਜਥੇਬੰਦੀਆਂ ਦੀ ਕਿਹੜਾ ਸਰਕਾਰ ਸੀ? ਮਨਜੀਤ ਬਲਾਸਪੁਰ ਮੌਜੂਦਾ MLA ਆ, ਠੀਕ ਆ ਜੀ। ਪਰਸੋਂ ਦੀ ਗੱਲ ਦੱਸਦਾ, ਬੱਦਨੀ ਕਿਸੇ ਮਸਲੇ ਕਰਕੇ ਲੋਪੋ ਪਿੰਡ ਦਾ ਤੁਹਾਨੂੰ ਇੱਕ ਮੁੰਡਾ ਗੁਰਦੀਪ ਸਿੰਘ, ਜਿਹਦੇ ਉੱਤੇ ਇੱਕ ਅਫਵਾਹ ਦਾ ਕੋਈ ਝੂਠੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਅਫਵਾਹ ਦਾ ਉੱਤੇ ਪਰਚਾ ਬਣਿਆ, ਹਾਂਜੀ। 295 A ਜਾਣਾ ਤਾਂ ਹੈ ਨਾ, 153 505 ਲੱਗੀ ਉੱਤੇ। ਸਾਡੇ ਪਿੰਡ ਦਾ ਨੌਜਵਾਨ ਸੀ, ਸਾਡਾ ਇਹ ਧਰਮ ਬਣਦਾ ਸੀ ਵੀ ਆਪਾਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ, ਅਸੀਂ ਹਾਂ ਦਾ ਨਾਰਾ ਮਾਰਿਆ। ਉੱਥੇ ਮਨਜੀਤ ਬਲਾਸਪੁਰ ਵੀ ਆਇਆ। ਇਹਨਾਂ ਦਾ ਕਿਰਦਾਰ ਦੇਖ ਲਓ ਜੀ। ਇਹ ਮਨਜੀਤ ਬਲਾਸਪੁਰ ਸਾਡੇ 5 ਵਾਰੀ ਨਾ ਕਰਨ ਦੇ ਬਾਵਜੂਦ ਵੀ ਧੱਕੇ ਨਾਲ ਸਾਡੀ ਗੱਡੀ 'ਚ ਬੈਠ ਕੇ ਸਾਡੇ ਆਪਣੇ ਲੋਪੋ ਪਿੰਡ ਆਇਆ, ਵੀ ਪਿੰਡ ਵਾਲੇ ਦੇਖਣ ਵਾਲੇ ਇਹ ਕਹਿਣਗੇ ਵੀ ਖਣੀ ਇਹ ਮੁੰਡੇ ਹੁਣ ਸਾਡੇ ਨਾਲ ਸਹਿਮਤ ਆ। ਉਹ ਮਨਜੀਤ ਬਲਾਸਪੁਰ ਸਿੰਘ, ਮੈਂ ਤੈਨੂੰ ਚੈਲੰਜ ਕਰਦਾ, ਤੂੰ ਲੋਪੋ ਪਿੰਡ 'ਚ ਆ, ਤੂੰ ਲੋਪੋ ਪਿੰਡ 'ਚ ਆ, ਉਸ ਤਰੀਕੇ ਨਾਲ ਆ, ਪ੍ਰਚਾਰ ਕਰਨ ਲਈ ਆ, ਤੇ ਤੇਰਾ ਰਾਹ ਰੋਕਾਂਗੇ ਤੇ ਤੈਨੂੰ ਸਵਾਲ ਕਰਾਂਗੇ, ਤੈਨੂੰ ਯਾਦ ਕਰਾਵਾਂਗੇ ਤੂੰ ਕੌਣ ਆ ਜੀ। ਨਹੀਂ, ਜੇ ਬੂਟੇ ਮੰਨ ਲਓ ਸਰਕਾਰ ਨਹੀਂ, ਤੂੰ ਦੇਖਿਆ ਵੀ ਕਿਤੇ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਆ, ਧਰਨਾ ਤਾਂ ਲਾਈ ਸਕਦੇ ਆ, ਕਿਸੇ ਗਰੀਬ ਦੇ ਹੱਕ 'ਚ ਤਾਂ ਖੜ ਸਕਦੇ ਆ। ਅੱਜ ਕਿਸਾਨ ਯੂਨੀਅਨਾਂ ਬੈਠੀਆਂ, ਉੱਥੇ ਜ਼ਰੂਰੀ ਤਾਂ ਨਹੀਂ ਵੀ ਆਪਾਂ ਵੋਟਾਂ ਦਾ ਹੀ ਲੈ ਕੇ ਜਾਣਾ ਜਾਂ ਲੀਡਰੀ ਕਰਨੀ, ਉੱਥੇ ਪਿੱਛੇ ਜਾ ਕੇ ਆਮ ਇਨਸਾਨਾਂ ਨੂੰ ਜੇ ਆਮ ਆ ਬੰਦੇ ਬਹਿ ਵੀ ਸਕਦੇ ਆ, ਪਰ ਬੈਠਾ ਦੇਖਿਆ ਕਿਤੇ ਕੋਈ? ਇਹ ਜੀ ਮੈਂ ਤਾਂ ਗੱਲ ਕਰੂੰਗਾ ਇਸ ਇਲਾਕੇ ਦੇ ਬੰਦੇ ਦੀ, MLA ਆਪਣੇ ਬਲਾਸਪੁਰ ਦੀ, ਮਨਜੀਤ ਬਲਾਸਪੁਰ ਦੀ। ਜਦੋਂ ਮੇਰੇ ਨਾਲ ਗੱਡੀ 'ਚ ਬਹਿੰਦਾ ਤਾਂ ਮੇਰੇ ਕੋਲੇ ਆਪਦਾ ਜਿਹੜਾ ਕਹਿ ਲਓ ਵੀ ਆਪਦਾ ਪੱਖ ਰੱਖਦਾ। ਪੱਖ ਦੇ ਵਿੱਚ ਕੀ ਕਹਿੰਦਾ ਵੀ ਮੇਰੀ ਵਿਧਾਨ ਸਭਾ 'ਚ ਹਾਜ਼ਰੀ ਦੇਖ ਲਾ 100% ਆ। ਮੈਂ ਕਿਹਾ ਵੀ ਸਹੀ ਆ, ਤੂੰ ਸੈਲਰੀ ਲਈ ਆ, ਜੇ ਤੇਰੀ ਹਾਜ਼ਰੀ 100% ਆ, ਤੂੰ ਸੈਲਰੀ ਲਈ ਆ, ਠੀਕ ਹੈ ਨਾ। ਦੂਜੀ ਗੱਲ ਕਹਿੰਦਾ ਮੈਂ ਉੱਥੇ ਮੁੱਦੇ ਚੱਕੇ ਆ। ਮੈਂ ਕਿਹਾ ਗਰਾਊਂਡ ਲੈਵਲ ਤੇ ਹੱਲ ਹੋਏ ਦਿਖਾ, ਜੇ ਤੂੰ ਮੁੱਦੇ ਚੱਕਿਆ ਹੱਲ ਹੋਏ ਦਿਖਾ। ਸਾਨੂੰ ਕਹਿੰਦਾ ਸਰਕਾਰ ਕੋਈ ਪੈਸਾ ਨਹੀਂ ਦਿੰਦੀ ਫੰਡ ਦੇ ਲਈ। ਮੈਂ ਕਿਹਾ ਪੈਸਾ ਤਾਂ ਤੇਥੋਂ ਅਸੀਂ ਕਿਸੇ ਨੇ ਮੰਗਿਆ ਹੀ ਨਹੀਂ, ਅਸੀਂ ਤਾਂ ਤੇਥੋਂ ਇਹ ਮੰਗਦੇ ਹਾਂ ਵੀ ਇਹ ਚੌਂਕੀਆਂ ਥਾਣਿਆਂ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਇੱਜ਼ਤ ਬਹਾਲ ਹੋਵੇ, ਇਹਨਾਂ ਦੇ ਮਸਲੇ ਹੱਲ ਹੋਣ। ਇੱਥੇ 2 ਨੰਬਰ ਦੇ ਧੰਦੇ ਕਰਨ ਵਾਲੇ ਲੋਕ, ਕੋਈ ਨਜਾਇਜ਼ ਸ਼ਰਾਬ ਵੇਚਦਾ, ਕੋਈ ਚਿੱਟਾ ਵੇਚਦਾ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ, ਮੈਡੀਕਲ ਨਸ਼ਾ ਵੇਚਦਾ, ਉਹਨਾਂ ਨੂੰ ਨੱਥ ਪਵੇ। ਕਿੱਥੇ ਲੜਿਆ ਤੂੰ? ਆ ਮੋਗੇ ਤੋਂ ਲੈ ਕੇ ਮੈਂ ਦੁਬਾਰਾ ਫਿਰ ਇਹ ਗੱਲ ਕਰਦਾ, ਮੋਗੇ ਤੋਂ ਲੈ ਕੇ ਬਰਨਾਲੇ ਤੱਕ ਹਾਈਵੇ ਦੇ ਉੱਤੇ ਕਿੰਨੇ ਪੁਲ ਬਣਨੇ ਚਾਹੀਦੇ ਸੀਗੇ। ਐਵਰੀਡੇ ਐਕਸੀਡੈਂਟ ਹੁੰਦਾ ਉੱਥੇ। MLA ਸੀ, ਕੀ ਇਹ ਬੰਦਾ ਉੱਥੇ ਵਿਰੋਧ ਨਹੀਂ ਕਰ ਸਕਦਾ ਸੀ ਆ ਕੇ ਵੀ ਇੱਥੇ ਪੁਲ ਚਾਹੀਦਾ? ਦੱਸੋ ਮਨਜੀਤ ਸਿੰਘ, ਤੈਨੂੰ ਸਵਾਲ ਹੈ ਇਸ ਗੱਲ ਦਾ। ਐਵਰੀਡੇ ਉੱਥੇ ਐਕਸੀਡੈਂਟ ਹੁੰਦਾ, ਤੇ ਜਿਸ ਤਰ੍ਹਾਂ ਤੂੰ ਕੁਰਸੀ ਤੇ ਬੈਠ ਕੇ ਆਨੰਦ ਲਿਆ ਨਾ, ਇਹੋ ਜਿਹੇ ਤਾਂ MLA ਫਿਰ ਸਾਨੂੰ ਨਹੀਂ ਚਾਹੀਦੇ ਜੀ। ਠੀਕ ਹੈ। ਸੋ ਦਰਸ਼ਕੋ, ਜੇ ਦੇਖਿਆ ਜਾਵੇ ਗੱਲ ਇਹਨਾਂ ਦੀ ਵਾਜਬ ਆ ਕਿ ਜ਼ਰੂਰੀ ਨਹੀਂ ਜੇ ਸਰਕਾਰ ਨਹੀਂ, ਪਰ ਆਪਾਂ ਲੋਕਾਂ ਲਈ ਆਵਾਜ਼ ਬੁਲੰਦ ਕਰ ਸਕਦੇ, ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰ ਸਕਦੇ। ਇੱਕ ਵਿਧਾਇਕ ਨੂੰ ਬਹੁਤ ਸੌਖਾ ਹੁੰਦਾ ਕਿਉਂਕਿ ਉਹਨੂੰ ਤੇਲ ਵੀ ਸਰਕਾਰੀ ਮਿਲਦਾ, ਮੋਬਾਈਲ ਦਾ ਖਰਚਾ ਹਰ ਇੱਕ, ਜੇ ਬਿਮਾਰ ਹੋਊਗਾ ਤਾਂ ਵੀ ਸਰਕਾਰੀ ਖਰਚਾ, ਤਨਖਾਹ ਵੀ ਮਿਲਦੀ ਆ, ਵਧੀਆ ਹੋਰ ਵੀ 4 ਪੈਸੇ ਮਿਲ ਜਾਂਦੇ ਆ। ਤੇ ਪਰ ਜੇ ਉਹਨੂੰ ਲੋਕਾਂ ਲਈ ਲੜਨਾ ਚਾਹੀਦਾ, ਪਰ ਇੱਥੇ ਜਦੋਂ ਇੱਕ ਵਾਰ ਕੋਈ ਵਿਧਾਇਕ ਬਣ ਜਾਂਦਾ, ਲਾਲ ਬੱਤੀ ਵਾਲੀ ਗੱਡੀ 'ਚ ਬੈਠ ਜਾਂਦਾ, ਨਾਲ ਉਹਨੂੰ 2 ਗਨਮੈਨ ਖੜੇ ਦਿੰਦੇ ਆ, ਤੇ ਉਹ ਕਿਸੇ ਦੀ ਨਹੀਂ ਪੁੱਛਦਾ, ਆਪਦੀ ਮਰਜ਼ੀ ਕਰਦੇ ਨੇ। ਦਰਸ਼ਕੋ, ਜਿਸ ਤਰ੍ਹਾਂ ਬੂਟਾ ਸਿੰਘ ਨੇ ਅੱਜ ਦੱਸਿਆ ਕਿ ਅਸੀਂ ਸਵਾਲ ਕਰਾਂਗੇ, ਸੋ ਆਪਾਂ ਹੋਰ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਾਂਗੇ ਕਿ ਤੁਹਾਡੀਆਂ ਕੀ ਸਮੱਸਿਆਵਾਂ ਸੀ, ਕਿ ਉਹ ਹੱਲ ਹੋਈਆਂ, ਕਿ ਤੁਹਾਡਾ ਕੋਈ ਕੰਮ ਹੋਇਆ ਜੋ ਤੁਹਾਨੂੰ ਆਸਾ ਸੀ ਉਹਨਾਂ ਨੂੰ ਬੂਰ ਪਿਆ, ਕਿਉਂਕਿ ਲੋਕਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਸੀ ਆਮ ਆਦਮੀ ਪਾਰਟੀ ਦੀ, ਬਹੁਤ ਜ਼ਿਆਦਾ। ਸੋ ਆਪਾਂ ਹਰ ਇੱਕ ਗੱਲ ਦੇ ਪਹਿਲੂ ਨੂੰ ਲੈ ਕੇ ਚੱਲਾਂਗੇ, ਕਿਉਂਕਿ ਅੱਜ ਉਹ ਫਿਰ ਕਹਿ ਰਹੇ ਨੇ ਕਿ ਅਸੀਂ ਸਰਕਾਰ ਬਣਾਵਾਂਗੇ, ਕਿ ਕੀ ਲੋਕੀ ਉਹਨਾਂ ਦੇ ਨਾਲ ਖੜਨਗੇ ਜਾਂ ਜਥੇਬੰਦੀਆਂ ਸਹਿਯੋਗ ਦੇਣਗੀਆਂ, ਉਹ ਸਾਰੇ ਤੇ ਗੱਲਬਾਤ ਕਰਦੇ ਰਹਾਂਗੇ। ਬਣੇ ਰਹੋ ਗਲੋਬਲ ਪੰਜਾਬ TV ਲਈ। ਕੈਮਰਾਮੈਨ ਰਮੇਸ਼ ਲੋਪੋ ਦੇ ਨਾਲ ਚਮਕੌਰ ਸਿੰਘ ਲੋਪੋ, ਮੋਗਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।